ਗ੍ਰਾਸ ਆਰਟਿਸਟ ਇੱਕ ਥੱਪੜ ਨਾਲ ਬਣਿਆ ਹੈ। ਅੱਛਾ, ਕਿਸ ਤਰੀਕੇ ਨਾਲ ਸੋਚਿਆ ਕਿ ਏਕ ਓਮਕਾਰ ਬਣਾਵਾਂਗਾ, ਇਸ ਤਰੀਕੇ ਨਾਲ ਬਣਾਵਾਂਗਾ ਕਿਉਂਕਿ ਬਿਲੋਂਗ ਤਾਂ ਆਪਣਾ ਪਿਛੋਕੜ ਹਿੰਦੂ ਪਰਿਵਾਰ ਚੋਂ ਆ। ਗੁਰੂ ਮਹਾਰਾਜ ਜੀ ਨੇ ਉਹ ਸਾਰਿਆਂ ਦੇ ਸਾਂਝੇ ਆ। ਠੀਕ ਹੈ, ਸਿੱਖ ਵੀਰ ਵੀ ਉਹਨਾਂ ਨੂੰ ਪਿਆਰ ਕਰਦੇ ਆ ਜਿੰਨਾ ਹਿੰਦੂ ਵੀਰ ਕਰਦੇ ਆ ਜਾਂ ਮੁਸਲਮਾਨ ਵੀਰ ਕਰਦੇ ਹੈਗੇ ਆ। ਮੇਰੀ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹ ਵੀ ਉਹਨਾਂ ਦੇ ਵੀ ਕਹਿ ਰਹੇ ਕਿ ਜਿਹੜੀ ਜੂਨ ਹੁੰਦੀ ਹੈ ਨਾ ਉਹ ਸਫਲ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਆ। ਸਪੈਸ਼ਲੀ ਪ੍ਰੋਟੋਕੋਲ ਬ੍ਰੇਕ ਕਰਕੇ ਮੇਰੇ ਕੋਲ ਆ ਗਏ ਸੀਗੇ ਦੇਖਣ ਵਾਸਤੇ ਤੇ ਆਪਣੇ ਸ਼ੀਸ਼ ਮਹਿਲ ਵਾਸਤੇ ਆਰਟੀਫੈਕਟ ਲੈ ਕੇ ਗਏ ਸੀ। ਅੱਖਾਂ ਤੇ ਪਹਿਲਾਂ ਸਿੱਕੇ ਰੱਖੇ, ਠੀਕ ਹੈ, ਉਸ ਤੋਂ ਬਾਅਦ ਕਲੇ ਦੀ ਇੱਕ ਮੋਟੀ ਪਰਤ ਲਗਾਈ ਗਈ, ਫਿਰ ਉਹਨਾਂ ਨੇ ਪੱਟੀ ਬੰਨੀ ਸੀ ਤੇ ਕਿਹਾ ਸੀਗਾ ਲਓ ਜੀ ਹੁਣ ਬਣਾ ਕੇ ਦਿਖਾਓ। ਜੇ ਆਪਾਂ ਇਸ ਵਿਰਾਸਤ ਨੂੰ ਖੋ ਦਿੱਤਾ ਤਾਂ ਜਿਹੜੀ ਸਾਡੀ ਪੰਜਾਬੀਆਂ ਵਾਲੀ ਪਹਿਚਾਣ ਆ ਉਹਨੂੰ ਆਪਾਂ ਡਿਸਪਲੇਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੁਜਾ ਸ਼ਰਮਾ ਤੇ ਅਕਸਰ ਅਸੀਂ ਕਲਾ ਦੇ ਬਾਰੇ ਤੇ ਕਲਾਕਾਰਾਂ ਦੇ ਬਾਰੇ ਸੁਣਦੇ ਰਹਿੰਦੇ ਹਾਂ, ਲੇਕਿਨ ਅੱਜ ਇੱਕ ਬੜੇ ਵੱਖਰੇ ਢੰਗ ਦੇ ਕਲਾਕਾਰ ਜਿਹੜੇ ਨੇ ਤੇ ਜਿਨ੍ਹਾਂ ਦੀ ਕਲਾ ਵੀ ਬਹੁਤ ਯੂਨੀਕ ਹੈਗੀ ਹੈ, ਉਹਨਾਂ ਦੇ ਨਾਲ ਤੁਹਾਡਾ ਜਿਹੜਾ ਹੈ ਰਾਬਤਾ ਕਾਇਮ ਕਰਵਾਵਾਂਗੇ। ਪਹਿਲੇ ਉਹਨਾਂ ਦੀ ਕਲਾ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੈਂ ਜਿਹੜੇ ਪੇੜ ਦੇ ਮੋਹਰੇ ਇਸ ਵਕਤ ਖੜੀ ਹਾਂ, ਇਹ ਪੇੜ ਜਿਹੜਾ ਆ ਸਾਡੇ ਅੱਜ ਦੇ ਜਿਹੜੇ ਕਲਾਕਾਰ ਨੇ ਉਹਨਾਂ ਦੇ ਵੱਲੋਂ ਬਣਾਇਆ ਗਿਆ ਆ। ਲੋਕ ਬਹੁਤ ਸਾਰੀ ਵੱਖਰੇ ਵੱਖਰੇ ਢੰਗ ਦੀਆਂ ਕਲਾ ਕਰਦੇ ਨੇ, ਲੇਕਿਨ ਇਹ ਅਜਿਹੀ ਕਲਾ ਆ ਜੋ ਪੇਸ਼ੈਂਸ ਵੀ ਬਹੁਤ ਮੰਗਦੀ ਹੈ, ਟਾਈਮ ਵੀ ਬਹੁਤ ਮੰਗਦੀ ਹੈ। ਤੁਸੀਂ ਦੇਖ ਰਹੇ ਹੋਵੋਗੇ ਇਸ ਪੇੜ ਨੂੰ, ਇਹ ਸਾਰਾ ਜਿਹੜਾ ਪੇੜ ਹੈਗਾ ਆ ਘਾਹ ਦੇ ਨਾਲ ਬੁਣਿਆ ਗਿਆ ਆ, ਹੱਥੀ ਬਣਾਇਆ ਗਿਆ ਆ। ਇੱਕ ਇੱਕ ਤਿਣਕਾ ਜਿਹੜਾ ਆ ਉਹਨੂੰ ਹੱਥੀ ਬੁਣ ਕੇ ਇਹ ਪੂਰਾ ਪੇੜ ਖੜਾ ਕੀਤਾ ਗਿਆ ਆ। ਉਸ ਤੋਂ ਬਾਅਦ ਵੱਖਰੀ ਚੀਜ਼ ਇਹ ਆ ਕਿ ਇਹਨੂੰ ਜਿਸ ਵਕਤ ਲੋਕਾਂ ਦੇ ਮੂਹਰੇ ਲੈ ਕੇ ਆਉਣਾ ਹੁੰਦਾ ਆ, ਉਸ ਵੇਲੇ ਇਹਦੇ ਹੋਰ ਬਹੁਤ ਸਾਰੇ ਪੱਖ ਹੁੰਦੇ ਨੇ ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਇਹ ਜ਼ਿਆਦਾ ਸੋਹਣਾ ਲੱਗੇਗਾ, ਕਿਹੜੇ ਤਰੀਕੇ ਨਾਲ ਇਹਦੀ ਜਿਹੜੀ ਪੱਤੀਆਂ ਨੇ ਉਹਨੂੰ ਖੜੇ ਕਰਨਾ ਹੈਗਾ ਆ ਤੇ ਕਿਹੜੀ ਕਿਹੜੀ ਚੀਜ਼ ਕਿੱਥੇ ਨੂੰ ਰੱਖਣੀ ਆ। ਜੇਕਰ ਅਸੀਂ ਇਸ ਫੁੱਲ ਦੀ ਗੱਲ ਕਰ ਲਈਏ ਜਿਹੜਾ 3 ਪੱਤੀਆਂ ਨਾਲ ਬਣਾਇਆ ਗਿਆ ਆ, ਤੁਸੀਂ ਦੇਖ ਰਹੇ ਹੋਵੋਗੇ ਕਿ ਤਿੰਨੋਂ ਜਿਹੜੀ ਪੱਤੀਆਂ ਨੇ ਇੱਕੋ ਸਾਈਜ਼ ਦੀਆਂ ਨੇ, ਇੱਕੋ ਤਰੀਕੇ ਨਾਲ ਬੁਣੀਆਂ ਗਈਆਂ ਨੇ। ਔਰ ਤੁਸੀਂ ਇਹ ਵੀ ਇਹਨੂੰ ਦੇਖ ਕੇ ਆਪਣੇ ਅੰਦਰ ਅੰਦਾਜ਼ਾ ਲਗਾ ਚੁੱਕੇ ਹੋਵੋਗੇ ਕਿ ਕਿੰਨੀ ਮਿਹਨਤ ਦਾ ਕੰਮ ਹੈਗਾ ਆ। ਜਿਹੜੇ ਕਲਾਕਾਰ ਨਾਲ ਤੁਹਾਨੂੰ ਅੱਜ ਅਸੀਂ ਮਿਲਾਨ ਲੱਗੇ ਆ, ਇਹਨਾਂ ਨੇ ਵਰਲਡ ਰਿਕਾਰਡ ਵੀ ਬਣਾਇਆ ਹੋਇਆ ਆ, ਗਿਨੀਜ਼ ਬੁੱਕ ਰਿਕਾਰਡ ਦੇ ਵਿੱਚ ਵੀ ਨਾਮ ਦਰਜ ਕਰਵਾਉਣਾ ਚਾਹੁੰਦੇ ਨੇ, ਲਿਮਕਾ ਬੁੱਕ ਰਿਕਾਰਡ ਦੇ ਵਿੱਚ ਨਾਂ ਦਰਜ ਹੋ ਚੁੱਕਾ ਆ। ਤੁਹਾਡੀ ਗੱਲਬਾਤ ਅੱਜ ਅਸੀਂ ਕਰਵਾਵਾਂਗੇ ਅਭਿਸ਼ੇਕ ਜੀ ਦੇ ਨਾਲ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੇ ਕੋਲ। ਪੰਜਾਬ ਦੇ ਜਿਸ ਵਕਤ ਅਸੀਂ ਪਿਛੋਕੜ ਦੀ ਗੱਲ ਕਰਦੇ ਹਾਂ, ਪਿੰਡਾਂ ਦੇ ਵਿੱਚ ਪਹਿਲਾਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਮਿਲ ਜਾਂਦੀਆਂ ਸੀਗੀਆਂ ਜਿਹੜੇ ਸਾਡੇ ਬਜ਼ੁਰਗ ਬਹਿ ਕੇ ਬਣਾਉਂਦੇ ਹੁੰਦੇ ਸੀ ਤੇ ਬੱਚਿਆਂ ਨੂੰ ਵੀ ਸਿਖਾਉਂਦੇ ਸੀਗੇ ਕਿ ਜਿਹੜੀਆਂ ਚੀਜ਼ਾਂ ਘਰਾਂ ਦੇ ਵਿੱਚ ਪਈਆਂ ਨੇ ਉਹਨਾਂ ਤੋਂ ਤੁਸੀਂ ਸੋਹਣੀਆਂ ਸੋਹਣੀਆਂ ਕਲਾਕ੍ਰਿਤੀਆਂ ਬਣਾ ਸਕਦੇ ਹੋ। ਅੱਜ ਇੱਕ ਅਜਿਹੇ ਆਰਟਿਸਟ ਦੇ ਕੋਲ ਹੀ ਤੁਹਾਨੂੰ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਰਾਜ ਸਰਕਾਰ ਦੇ ਵੱਲੋਂ ਅਵਾਰਡ ਦਿੱਤਾ ਗਿਆ ਆ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਪੂਰੇ ਦੇਸ਼ ਦੇ ਇਕਲੌਤੇ ਗ੍ਰਾਸ ਆਰਟਿਸਟ ਨੇ ਤੇ ਬਹੁਤ ਸਾਰੇ ਅਵਾਰਡਸ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਆ। ਜੇਕਰ ਮੈਂ ਆਪਣੇ ਮੂੰਹ ਦੱਸਣ ਲੱਗਾ ਤੇ ਬਹੁਤ ਜ਼ਿਆਦਾ ਹੋਣਗੇ। ਤੁਹਾਡੀ ਗੱਲਬਾਤ ਅਸੀਂ ਕਰਾਉਂਦੇ ਹਾਂ ਅਭਿਸ਼ੇਕ ਜੀ ਦੇ ਨਾਲ, ਉਹਨਾਂ ਤੋਂ ਹੀ ਪੁੱਛਾਂਗੇ ਉਹਨਾਂ ਦੀਆਂ ਉਪਲਬਧੀਆਂ ਕੀ ਨੇ। ਪਹਿਲੇ ਕਰਦੇ ਉਹਨਾਂ ਦਾ ਸਵਾਗਤ, ਬਹੁਤ ਬਹੁਤ ਸਵਾਗਤ ਅਭਿਸ਼ੇਕ ਜੀ। ਥੈਂਕ ਯੂ ਜੀ। ਮੈਂ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਕਿ ਨਾਲੇ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਉਹਨਾਂ ਦੇ ਰੂਬਰੂ ਹੋਣ ਦਾ ਇਸ ਵਿਰਾਸਤ ਨੂੰ ਮੌਕਾ ਦਿੱਤਾ ਜੀ। ਥੈਂਕ ਯੂ। ਅਭਿਸ਼ੇਕ ਜੀ, ਜੇਕਰ ਗੱਲ ਕਰੀਏ ਤੇ ਬਹੁਤ ਸਾਰੀ ਉਪਲਬਧੀਆਂ ਹਾਸਲ ਹੋਈਆਂ। ਪ੍ਰਧਾਨ ਮੰਤਰੀ ਦੇ ਜਿਹੜੇ ਆਫਿਸ ਵੱਲੋਂ ਵੀ ਤੁਹਾਨੂੰ ਐਪਰੀਸੀਏਸ਼ਨ ਲੈਟਰ ਭੇਜਿਆ ਗਿਆ, ਗਿਨੀਜ਼ ਬੁੱਕ ਰਿਕਾਰਡ ਵਾਲੇ ਵੀ ਤੁਹਾਡੇ ਤੱਕ ਆਏ, ਉਹਨਾਂ ਦੇ ਨਾਲ ਵੀ ਉਹ ਵੀ ਇੱਕ ਉਪਲਬਧੀ ਹੈਗੀ ਹੈ। ਲਿਮਕਾ ਬੁੱਕ ਰਿਕਾਰਡ ਦੇ ਵਿੱਚ ਵੀ ਨਾਮ ਦਰਜ ਹੈਗਾ ਆ। ਹੋਰ ਬਹੁਤ ਸਾਰਾ ਸਫ਼ਰ ਬਹੁਤ ਲੰਬਾ ਤੁਹਾਡਾ। ਜੇਕਰ ਆਪਣੇ ਮੂੰਹ ਆਪਣੀਆਂ ਉਪਲਬਧੀਆਂ ਦੱਸਣੀਆਂ ਹੋਣ, ਕਿਹੜੀਆਂ ਉਪਲਬਧੀਆਂ ਨੇ? ਦੇਖੋ, ਉਪਲਬਧੀਆਂ ਤਾਂ ਮੈਂ ਕੀ ਦੱਸ ਸਕਦਾ ਜੀ। ਮੈਂ ਤਾਂ ਜੇ ਤੁਹਾਨੂੰ ਸਹੀ ਗੱਲ ਦੱਸਾਂ,
ਅਗਰ ਮੈਂ ਰੀਅਲ ਲਾਈਫ 'ਚ ਆਪਣੀ ਕੋਈ ਉਪਲਬਧੀ ਮੰਨਦਾ ਹੈਗਾ ਕਿ ਹਾਂ ਇਹ ਮੇਰੀ ਉਪਲਬਧੀ ਹੈ ਜਾਂ ਮੇਰੇ ਪੁਰਖਿਆਂ ਦੀ ਇਹ ਉਪਲਬਧੀ ਹੈਗੀ ਹੈ, ਤਾਂ ਉਹ ਸ਼੍ਰੀ ਏਕ ਓਂਕਾਰ ਸਾਹਿਬ ਨੇ, ਜਿਨ੍ਹਾਂ ਨੂੰ 1100 ਤਿਣਕਿਆਂ ਨੂੰ 11,000 ਵਾਰ ਮੋੜ ਕੇ 10 ਘੰਟਿਆਂ 'ਚ ਅੱਖਾਂ ਤੇ ਪੱਟੀ ਬੰਨ੍ਹ ਕੇ ਬਣਾਇਆ ਗਿਆ। ਉਪਲਬਧੀ ਇਸ ਕਰਕੇ ਨੇ ਕਿਉਂਕਿ ਉਹ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਸ਼ੋਭਿਤ ਨੇ, ਤਾਂ ਮੈਂ ਮੰਨਦਾ ਕਿ ਉਹ ਇਹੋ ਜਿਹੀ ਜਗ੍ਹਾ ਸੁਸ਼ੋਭਿਤ ਨੇ ਕਿ ਮੇਰੇ ਜਿਹੜੇ ਪੁਰਖੇ ਆ ਜਾਂ ਮੇਰੀ ਆਉਣ ਵਾਲੀ ਜਿਹੜੇ ਪੀੜ੍ਹੀਆਂ ਨੇ, ਉਹ ਵੀ ਉਹਨਾਂ ਦੀ ਵੀ ਕਹਿ ਰਹੀ ਕਿ ਜਿਹੜੀ ਜੂਨ ਹੁੰਦੀ ਹੈ ਨਾ, ਉਹ ਸਫਲ ਹੋ ਗਈ ਹੈ। ਅਭਿਸ਼ੇਕ ਜੀ, ਏਕ ਓਂਕਾਰ ਸਾਹਿਬ ਦੀ ਗੱਲ ਕਰ ਲੈਂਦੇ ਆ। ਬਹੁਤ ਵਾਇਰਲ ਹੋਈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਸਵੀਰ ਵਾਇਰਲ ਹੋਈ ਤੇ ਉਹ ਸੁਸ਼ੋਭਿਤ ਵੀ ਹੋਏ ਗੁਰਦੁਆਰਾ ਬੇੜ ਸਾਹਿਬ ਦੇ ਵਿੱਚ। ਤੇ ਜੇਕਰ ਉਹਦੇ ਸਫ਼ਰ ਦੀ ਗੱਲ ਕਰੀਏ, ਕਿਸ ਤਰੀਕੇ ਨਾਲ ਸੋਚਿਆ ਕਿ ਏਕ ਓਂਕਾਰ ਬਣਾਵਾਂਗਾ, ਇਸ ਤਰੀਕੇ ਨਾਲ ਬਣਾਵਾਂਗਾ, ਕਿਉਂਕਿ ਬਿਲੋਂਗ ਤਾਂ ਆਪਣਾ ਪਿਛੋਕੜ ਹਿੰਦੂ ਪਰਿਵਾਰ ਚੋਂ ਆ। ਏਕ ਓਂਕਾਰ ਸਾਹਿਬ ਬਣਾਉਣੇ ਤੇ ਉਸ ਨੂੰ ਇਸ ਤਰੀਕੇ ਨਾਲ ਉਹਨੂੰ ਤਿਣਕੇ ਤਿਣਕੇ ਨੂੰ ਬੁਣਨਾ, ਕੀ ਸਫ਼ਰ ਰਿਹਾ ਉਹਦਾ? ਦੇਖੋ ਜੀ, ਮੈਂ ਇੱਕ ਗੱਲ ਮੰਨਦਾ, ਜਿਹੜੇ ਗੁਰੂ ਮਹਾਰਾਜ ਜੀ ਨੇ ਉਹ ਸਾਰਿਆਂ ਦੇ ਸਾਂਝੇ ਆ। ਠੀਕ ਹੈ, ਸਿੱਖ ਵੀਰ ਵੀ ਉਹਨਾਂ ਨੂੰ ਪਿਆਰ ਕਰਦੇ ਆ ਜਿੰਨਾ ਹਿੰਦੂ ਵੀਰ ਕਰਦੇ ਆ ਜਾਂ ਮੁਸਲਮਾਨ ਵੀਰ ਕਰਦੇ ਹੈਗੇ ਆ। ਤਾਂ ਪਿੱਛੇ 550ਵਾਂ ਪ੍ਰਕਾਸ਼ ਪੁਰਬ 'ਤੇ ਮੇਰਾ ਪ੍ਰਦਰਸ਼ਨੀ ਲੱਗੀ ਸੀਗੀ ਸੁਲਤਾਨਪੁਰ ਲੋਧੀ। ਤਾਂ ਉਸ ਵੇਲੇ ਮੈਨੂੰ ਸੰਗਤ ਵੱਲੋਂ ਬੜਾ ਮੈਸੇਜ ਲੱਗਿਆ ਕਿ ਤੁਸੀਂ ਗੁਰੂ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਆਏ ਹੋ ਅਤੇ ਕੋਈ ਇੱਦਾਂ ਦਾ ਵੀ ਉਪਰਾਲਾ ਕਰੋ, ਇੰਨੀ ਪੁਰਾਣੀ ਵਿਰਾਸਤ 'ਚ ਤੁਸੀਂ ਕੰਮ ਕਰ ਰਹੇ ਹੋ। ਫਿਰ ਉਸ ਵੇਲੇ ਮੈਂ ਸੋਚਿਆ ਸੀਗਾ ਕਿ ਐਵੇਂ ਦਾ ਕੁਛ ਉਪਰਾਲਾ ਕਰਨਾ ਹੈਗਾ, ਅਤੇ 2 ਮਹੀਨੇ ਦੇ ਕਰੀਬ ਮੈਨੂੰ ਡਿਜ਼ਾਈਨ ਵਰਕ 'ਤੇ ਲੱਗ ਗਏ ਉਹਨਾਂ ਦੇ, ਅਤੇ ਉਸ ਤੋਂ ਬਾਅਦ ਇੰਪਲੀਮੈਂਟ ਕਰਤਾ। ਅਤੇ ਮੈਂ ਸੋਚ ਵੀ ਨਹੀਂ ਸਕਦਾ ਸੀਗਾ ਕਿ ਜਿਨ੍ਹਾਂ ਬਾਰੇ ਬਚਪਨ 'ਚ ਮੈਂ ਪੜ੍ਹਿਆ ਕਿਤਾਬਾਂ ਦੇ ਵਿੱਚ, ਉਹ ਸ਼ਖਸੀਅਤ ਸਪੈਸ਼ਲ ਉਹਨਾਂ ਨੂੰ ਦੇਖਣ ਵਾਸਤੇ ਆਏ ਸੀ, ਸਰਦਾਰ ਮਿਲਖਾ ਸਿੰਘ ਜੀ। ਅਤੇ ਉਹਨਾਂ ਦੇ ਕਹਿ ਲਓ ਕਿ ਜਿਹੜੇ ਬੋਲ ਸੀਗੇ ਜਾਂ ਉਹਨਾਂ ਦੇ ਜਿਹੜੇ ਹਾਵ ਭਾਵ ਸੀਗੇ, ਅੱਜ ਵੀ ਜਦ ਮੈਂ ਉਹਨਾਂ ਬਾਰੇ ਗੱਲ ਕਰਦਾ ਤਾਂ ਉਹ ਮੇਰੀ ਅੱਖਾਂ ਦੇ ਮੂਹਰੇ ਘੁੰਮਦੇ ਆ। ਕਿਆ ਬਾਤ ਹੈ। ਜੇਕਰ ਇਹਦੀ ਗੱਲ ਕਰ ਲਈਏ, ਏਕ ਓਂਕਾਰ ਸਾਹਿਬ ਬਣਾਏ ਤਾਂ ਗਏ, ਉਹਨਾਂ ਨੂੰ ਬਲਾਈਂਡ ਫੋਲਡ ਹੋ ਕੇ ਬਣਾਇਆ ਤੁਸੀਂ, ਤੇ ਸਮਾਂ ਵੀ ਬਹੁਤ ਲੰਮਾ ਲੱਗਾ ਉਹਦੇ ਵਿੱਚ। ਤੇ ਜਿਸ ਵਕਤ ਅੱਖਾਂ ਬੰਦ ਸੀਗੀਆਂ ਤੇ ਏਕ ਓਂਕਾਰ ਸਾਹਿਬ ਨੂੰ ਬੁਣਿਆ ਜਾ ਰਿਹਾ ਸੀਗਾ, ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਉਸ ਵੇਲੇ? ਐਕਚੁਅਲੀ ਇਹ ਸਮਝੋ ਕਿ ਦਿਮਾਗ ਉਸ ਵੇਲੇ ਚੱਲ ਹੀ ਨਹੀਂ ਰਿਹਾ ਸੀ। ਆਪਾਂ ਕਹਿੰਦੇ ਨੇ ਕਿ ਦਿਮਾਗ 'ਚ ਕੀ ਚੱਲ ਰਿਹਾ ਸੀਗਾ ਉਸ ਟਾਈਮ, ਮੈਂ ਸਮਝਦਾ ਕਿ ਮੈਨੂੰ ਜਸਟ ਜਿਹੜਾ 15 ਮਿੰਟ ਦੀ ਚੇਤਨਾ ਸੀਗੀ ਕਿ ਮੈਂ ਕੁਝ ਬਣਾ ਰਿਹਾ ਹੈਗਾ। 10 ਘੰਟੇ ਕਦ ਹੋ ਗਏ ਪਤਾ ਨਹੀਂ ਚੱਲਿਆ। ਅੱਛਾ, ਦਿਮਾਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਜੇਕਰ ਅਸੀਂ ਕੰਮ ਕਰਨ ਨਿਕਲਦੇ ਹਾਂ, ਦਿਮਾਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਿ ਮੈਂ ਜੋ ਬਣਾ ਰਿਹਾ ਉਹ ਸਹੀ ਬਣ ਰਿਹਾ ਹੋਵੇ, ਮੈਂ ਜੋ ਲਿਖ ਰਿਹਾ ਹਾਂ ਉਹ ਸਹੀ ਲਿਖਿਆ ਜਾ ਰਿਹਾ ਹੋਵੇ। ਕਿਉਂਕਿ ਅਸੀਂ ਕਾਪੀ ਦੇ ਵਿੱਚ ਵੀ ਜੇਕਰ ਆਪਣੇ ਹੱਥ ਨਾਲ ਕੋਈ ਅੱਖਰ ਲਿਖਦੇ ਹਾਂ, ਅਸੀਂ ਅਗਰ 1 ਮਿੰਟ ਵਾਸਤੇ ਅੱਖ ਬੰਦ ਕਰ ਲੈਂਦੇ, ਸਾਡੀ ਲਾਈਨ ਜਿਹੜੀ ਆ ਟੇਢੀ ਚੱਲ ਜਾਂਦੀ ਪੂਰੀ ਦੀ ਪੂਰੀ। ਉਹ ਇੱਕ ਏਕ ਓਂਕਾਰ ਸਾਹਿਬ ਨੂੰ ਘੜਨਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜੋ ਤੁਹਾਡੇ ਜਜ਼ਬਾਤ ਹੋਣਗੇ ਉਸ ਵੇਲੇ, ਕੀ ਸੀਗੇ? ਅਸੀਂ ਉਹ ਤੁਹਾਡੇ ਜਜ਼ਬਾਤ ਜਾਣਨਾ ਚਾਹੁੰਦੇ ਹਾਂ, ਉਸ ਵੇਲੇ ਕੀ ਸੀਗੇ? ਦੇਖੋ, ਮੈਂ ਤਾਂ ਕਈ ਵਾਰੀ ਇਹ ਗੱਲ ਵੀ ਮੰਨਦਾ ਕਿ ਉਸ ਵੇਲੇ ਮੈਂ ਉਹ ਕੰਮ ਨਹੀਂ ਕਰ ਰਿਹਾ ਸੀ, ਇਹ ਤਾਂ ਕੋਈ ਹੋਰ ਹੀ ਸੀਗਾ ਬੰਦਾ। ਇੰਨੇ ਸੋਹਣੇ ਉਹ ਬਣੇ ਸੀ, ਮੈਨੂੰ ਤਾਂ ਇਹ ਲੱਗਦਾ ਹੀ ਨਹੀਂ ਸੀਗਾ ਕਿ ਮੈਂ ਬਣਾਏ ਨੇ। ਤੇ ਅਸੀਂ ਅੱਧ ਵਿੱਚ ਘਰ ਤੋਂ ਤਾਂ ਗੱਲ ਕੀਤੀ, ਕਿਉਂਕਿ ਜਿਹੜੇ ਏਕ ਓਂਕਾਰ ਸਾਹਿਬ ਘੜੇ ਗਏ ਉਹ ਬਹੁਤ ਖੂਬਸੂਰਤੀ ਨਾਲ ਬਣਾਏ ਗਏ, ਉਸ ਨੂੰ ਬਹੁਤ ਅੱਛੀ ਥਾਂ ਤੇ ਉਹਨਾਂ ਨੂੰ ਸੁਸ਼ੋਭਿਤ ਕੀਤਾ ਗਿਆ। ਲੇਕਿਨ ਸ਼ੁਰੂਆਤ ਕਿੱਥੋਂ ਹੋਈ ਸੀਗੀ ਇਸ ਕਲਾ ਦੀ? ਇਸ ਕਲਾਕਾਰ ਨੇ ਆਪਣੀ ਸ਼ੁਰੂਆਤ ਕਿਸ ਤਰੀਕੇ ਨਾਲ ਕੀਤੀ ਸੀ? ਉਹ ਪਿਛੋਕੜ ਵੱਲ ਵੀ ਝਾਤ ਮਾਰਦੇ ਹਾਂ। ਅਭਿਸ਼ੇਕ, ਜਿਸ ਵਕਤ ਪਿੱਛੇ ਜਾ ਕੇ ਗੱਲ ਕਰੀਏ ਤੇ ਸਫ਼ਰ ਕਿਸ ਤਰੀਕੇ ਨਾਲ ਸ਼ੁਰੂ ਹੋਇਆ ਕਿ ਮੈਂ ਗ੍ਰਾਸ ਆਰਟਿਸਟ ਬਣੂੰਗਾ? ਦੇਖੋ, ਗ੍ਰਾਸ ਆਰਟਿਸਟ ਇੱਕ ਥੱਪੜ ਨਾਲ ਬਣਿਆ। ਅੱਛਾ, ਤੇ ਉਹ ਥੱਪੜ ਆਇਆ ਕਿੱਥੋਂ ਸੀ? ਐਕਚੁਅਲੀ ਮੇਰੇ ਦਾਦਾ ਜੀ ਮੈਨੂੰ ਇਹ ਗੁਣਤੀ ਦੇ ਰਹੇ ਸੀ ਆਰਟ ਦੀ, ਅਤੇ ਮੈਂ ਬਹੁਤ ਵਾਰ ਫੇਲ ਹੋਇਆ ਸੀ, ਅਤੇ ਦਾਦਾ ਜੀ ਨੇ ਮੇਰੇ ਇੱਕ ਥੱਪੜ ਮਾਰਿਆ ਸੀ ਉਸ ਵੇਲੇ। ਉਸ ਥੱਪੜ ਨੇ ਤੁਹਾਡੇ ਸਾਹਮਣੇ ਦੇਖੋ ਕਿ ਕੀ ਚੀਜ਼ਾਂ ਬਾਹਰ ਆਈਆਂ। ਇੱਕ ਗ੍ਰਾਸ ਆਰਟਿਸਟ ਕਹਿੰਦੇ ਕਿ ਆਪਾਂ ਬਜ਼ੁਰਗਾਂ ਕੋਲ ਬੈਠੀਏ ਨਾ, ਉਹ ਕੋਈ ਇੱਦਾਂ ਦੀ ਨੁਕਤੀ ਦੇ ਦਿੰਦੇ ਆ ਜਿਹੜੀ ਕਿ ਪੁਸ਼ਤਾਂ ਤੱਕ ਸਫਲ ਕਰ ਦਿੰਦੀ ਹੈ। ਅਤੇ ਉਹਨਾਂ ਨੇ ਇੱਕ ਥੱਪੜ ਨਾਲ ਗ੍ਰਾਸ ਆਰਟਿਸਟ ਬਣਾਤਾ। ਤੇ ਅੱਜ ਦਾਦਾ ਜੀ ਕਿੱਥੇ ਨੇ? ਤੇ ਜਿਸ ਵਕਤ ਦੇਖਦੇ ਨੇ ਕਿ ਅਭਿਸ਼ੇਕ ਨੇ ਇੰਨੀ ਸੋਹਣੀਆਂ ਕਲਾਕ੍ਰਿਤੀਆਂ ਬਣਾ ਲਈਆਂ ਨੇ, ਤੇ ਕੀ ਕਹਿੰਦੇ ਨੇ? ਨਹੀਂ, ਦਾਦਾ ਜੀ ਬਹੁਤ ਖੁਸ਼ ਹੁੰਦੇ ਆ ਅਤੇ ਕਹਿੰਦੇ ਆ ਕਿ ਤੈਂ ਜਿਹੜਾ ਸਾਡਾ ਵਿਰਸਾ ਹੈਗਾ, ਜਿਹੜੇ ਸਾਡਾ ਪੁਰਖਿਆਂ ਤੋਂ ਕੰਮ ਚੱਲਦਾ ਰਿਹਾ ਸੀ, ਉਸ ਨੂੰ ਹਾਈਲਾਈਟ ਕੀਤਾ। ਇੰਨਾ ਮੈਂ ਸੋਚ ਵੀ ਨਹੀਂ ਸਕਦਾ ਸੀਗਾ ਕਿ ਤੂੰ ਇਸ ਲੈਵਲ ਤੱਕ ਉਸ ਚੀਜ਼ ਨੂੰ ਲੈ ਕੇ ਜਾਵੇਗਾ। ਤੇ ਨਾ
ਸਾਡੇ ਸਾਹਮਣੇ ਬਹੁਤ ਖੂਬਸੂਰਤ ਜਿਹੜੀਆਂ ਕਲਾਕ੍ਰਿਤੀਆਂ ਨੇ ਉਹ ਪਈਆਂ ਨੇ ਤੇ ਮੈਂ ਉਹਦੇ ਵਿੱਚੋਂ ਨਾ ਇੱਕ ਮੈਨੂੰ ਬੜੀ ਪਸੰਦ ਆਈ। ਜੇਕਰ ਸਾਡੇ ਜਿਹੜੇ ਲੋਕ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ, ਜਿਹੜੇ ਪੰਜਾਬੀ ਇਤਿਹਾਸ ਨੂੰ ਬਿਲੋਂਗ ਕਰਦੇ ਨੇ, ਪੰਜਾਬੀ ਪਿਛੋਕੜ ਜਿਨ੍ਹਾਂ ਦਾ ਹੈਗਾ ਪੰਜਾਬ ਦਾ, ਪਿੰਡਾਂ 'ਚੋਂ ਗਏ ਨੇ, ਵਿਦੇਸ਼ਾਂ 'ਚ ਵਸੇ ਨੇ, ਤੇ ਉਹਨਾਂ ਨੂੰ ਪਤਾ ਹੋਏਗਾ ਇਹ ਕੀ ਹੈਗਾ ਆ ਤੇ ਕਿਸ ਤਰੀਕੇ ਨਾਲ ਇਹਨਾਂ ਦੀ ਯਾਦ ਇਸ ਨਾਲ ਜੁੜੀ ਹੋਏਗੀ। ਇਹਦੇ ਬਾਰੇ ਹੀ ਗੱਲਬਾਤ ਕਰ ਲੈਂਦੇ ਆ। ਅਭਿਸ਼ੇਕ ਜੀ, ਇਹ ਕਿਸ ਤਰੀਕੇ ਨਾਲ ਬਣਾਇਆ ਗਿਆ, ਕਿੰਨਾ ਕੁ ਸਮਾਂ ਲੱਗਾ ਤੇ ਕਿੰਨੇ ਕਿਹਾ ਕਿ ਇਹਨੂੰ ਬਣਾਇਆ ਜਾਵੇ? ਐਕਚੁਅਲੀ ਜੀ ਇਦਾਂ ਦੇ ਆਰਟੀਫੈਕਟ ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਬੱਚਿਆਂ ਨੂੰ ਖੇਲਣ ਵਾਸਤੇ ਦਿਆ ਕਰਦੇ ਸੀ ਤੇ ਪੁਰਾਣੇ ਟਾਈਮ 'ਚ ਬਣਦੇ ਹੁੰਦੇ ਸੀ। ਇਹਨਾਂ ਵਿੱਚ ਉਸ ਵੇਲੇ ਮੱਕੀ ਦੇ ਜਿਹੜੇ ਦਾਣੇ ਹੁੰਦੇ ਆ ਕਾਲੇ ਕਲਰ ਦੇ, ਜਿਹੜੇ ਭੁੰਨ ਕੇ ਬਚ ਜਾਂਦੇ ਆ, ਉਹਨਾਂ ਨੂੰ ਵਿੱਚ ਇਸਤੇਮਾਲ ਕਰਦੇ ਸੀਗੇ ਤੇ ਬੱਚਿਆਂ ਨੂੰ ਖੇਲਣ ਵਾਸਤੇ ਦਿੰਦੇ ਸੀ। ਉਹ ਇਹਨੂੰ ਹਿਲਾਉਂਦੇ ਸੀ ਤੇ ਬਹੁਤ ਸੋਹਣੀ ਜਿਹੜੀ ਆਵਾਜ਼ ਹੈਗੀ ਆ ਮੱਕੀ ਦੇ ਦਾਣਿਆਂ ਦੀ ਤੇ ਨਾਲ ਘਾਹ ਦੇ ਨਾਲ, ਸੁੱਕੀ ਘਾਹ ਦੇ ਨਾਲ ਜਿਹੜੀ ਵੱਜ ਕੇ ਆਉਂਦੀ ਹੈ, ਉਹ ਬਹੁਤ ਪਿਆਰੀ ਲੱਗਦੀ ਹੈ। ਤੇ ਸਾਡੇ ਪੁਰਾਣੇ ਟਾਈਮਾਂ ਦੇ ਵਿੱਚ ਇਦਾਂ ਦੀ ਮਤਲਬ ਕਿ ਚੀਜ਼ਾਂ ਸੀਗੀਆਂ ਜਿਹੜੀ ਬਣਦੀਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਆਪਾਂ ਆਮ ਯੂਜ਼ ਕਰਦੇ ਸੀ। ਹੁਣ ਇੱਕ ਚੀਜ਼ ਬਹੁਤ ਜਿਹੜੀ ਆਮ ਹੁੰਦੀ ਹੈ ਨਾ, ਉਸ ਬਾਰੇ ਲੋਕੀ ਘੱਟ ਧਿਆਨ ਦਿੰਦੇ ਆ ਕਿ ਇਹ ਜਿਹੜੀ ਚੀਜ਼ ਆ ਆਮ ਹੈ, ਹਨਾ। ਇਸੇ ਕਰਕੇ ਇਸ ਕਲਾ ਦਾ ਕਹਿ ਲਓ ਕਿ ਜਿਹੜਾ ਇਤਿਹਾਸ ਹੈ ਨਾ, ਉਹ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਇਹਨੂੰ ਇਤਿਹਾਸਿਕ ਕਲਾ ਦੇ ਨਾਮ ਨਾਲ ਰਜਿਸਟਰਡ ਕੀਤਾ ਜੀ। ਤੇ ਜੇਕਰ ਇਹਦੀ ਹੀ ਗੱਲ ਕਰ ਲਈਏ, ਕਿਉਂਕਿ ਪਹਿਲੇ ਜਿਹੜੀਆਂ ਚੀਜ਼ਾਂ ਸੀਗੀਆਂ, ਆਪਾਂ ਇਹ ਫੁੱਲ ਬੂਟੀਆਂ ਘਰਾਂ ਦੇ ਵਿੱਚ ਬਣੀਆਂ ਹੋਈਆਂ ਦੇਖ ਲੈਂਦੇ ਸੀਗੇ ਪਹਿਲਾਂ ਕਿ ਕਿਸ ਤਰੀਕੇ ਨਾਲ ਬਣਦੇ ਸੀ, ਭਾਵੇਂ ਉਹ ਇੰਨੀ ਖੂਬਸੂਰਤ ਨਾਲ ਨਹੀਂ ਘੜੀਆਂ ਜਾਂਦੀਆਂ ਸੀਗੀਆਂ, ਲੇਕਿਨ ਹੁੰਦੀਆਂ ਸੀਗੀਆਂ ਬਹੁਤ ਲੋਕਾਂ ਦੇ ਘਰਾਂ ਦੇ ਵਿੱਚ। ਅੱਜ ਇਹ ਚੀਜ਼ਾਂ ਹੁਣ ਇੱਥੇ ਤੱਕ ਹੀ ਰਹਿ ਗਈਆਂ ਨੇ। ਤੇ ਜੇਕਰ ਇਸ ਆਰਟ ਦੀ ਗੱਲ ਕਰੀਏ, ਇਸ ਕਲਾ ਦੀ ਗੱਲ ਕਰੀਏ, ਇਹਨੂੰ ਆਪਣੇ ਫਿਊਚਰ 'ਚ ਕਿੱਥੇ ਦੇਖਦੇ ਹੋ? ਦੇਖੋ, ਪਤਾ ਕੀ ਗੱਲ ਹੁੰਦੀ ਹੈ, ਜਿਹੜੀ ਚੀਜ਼ਾਂ ਯੂਨੀਕ ਹੁੰਦੀਆਂ, ਜਾਂ ਤਾਂ ਦੇਖੋ ਆਪਾਂ ਜੇ ਕੋਈ ਹੈਰੀਟੇਜ ਹੈਗਾ ਆਪਣਾ, ਆਪਣਾ ਕੋਈ ਵਿਰਾਸਤ ਹੈ, ਜਾਂ ਤਾਂ ਉਸ ਨੂੰ ਸਾਂਭੋ, ਵਰਨਾ ਫਿਰ ਤੁਹਾਨੂੰ ਮਿਊਜ਼ੀਅਮਾਂ 'ਚ ਜਾ ਕੇ ਦੇਖਣਾ ਪਊਗਾ। ਕਿਉਂਕਿ ਇਹ ਜਿਹੜਾ ਵਿਰਸਾ ਹੈ, ਇਸ ਵਿਰਸੇ ਨੂੰ ਥੋੜਾ ਮਾਡਰਨ ਟੱਚ ਮੈਂ ਦਿੱਤਾ ਹੈ, ਤਾਂ ਕਿ ਜਿਹੜਾ ਅੱਜ ਦਾ ਇੱਕ ਯੁੱਗ ਚੱਲ ਰਿਹਾ ਨਾ, ਉਸ ਤਰੀਕੇ ਨਾਲ ਇਸ ਚੀਜ਼ ਨੂੰ ਮੋਡੀਫਾਈ ਕੀਤਾ ਕਿ ਆਪਣੀ ਹੋਂਦ ਨਾ ਇਹ ਖੋਵੇ। ਤੇ ਦੂਜੇ ਪਾਸੇ ਨਾ ਅਸੀਂ ਦੇਖ ਰਹੇ ਹਾਂ ਉੱਪਰ ਇੱਕ ਤਸਵੀਰ ਲੱਗੀ ਹੋਈ ਆ, ਸਾਬਕਾ ਮੁੱਖ ਮੰਤਰੀ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਆ ਤੇ ਮੁਲਾਕਾਤਾਂ ਸ਼ਾਇਦ ਹੋਰ ਵੀ ਹੋਈਆਂ ਹੋਣਗੀ, ਤਸਵੀਰ ਇੱਕੋ ਹੀ ਆ। ਕਿੰਨਾ ਕੁ ਉਹਨਾਂ ਦੇ ਨਾਲ ਜਿਹੜਾ ਤੁਹਾਨੂੰ ਇਹ ਆਰਟ ਉਹਨਾਂ ਦੇ ਨਾਲ, ਕਿਉਂਕਿ ਉਹ ਮਹਾਰਾਜਿਆਂ ਦੇ ਪਿਛੋਕੜ ਨੂੰ ਬਿਲੋਂਗ ਕਰਦੇ ਆ ਤੇ ਜਿਹੜੇ ਮਹਾਰਾਜੇ ਹੁੰਦੇ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਬਹੁਤ ਅਟਰੈਕਟ ਕਰਦੀਆਂ ਨੇ। ਜਿਸ ਵਕਤ ਮਿਲੇ ਸੀਗੇ, ਉਹਨਾਂ ਨੇ ਕੀ ਕਿਹਾ ਸੀ ਤੁਹਾਨੂੰ ਤੇ ਉਹਨਾਂ ਦੇ ਨਾਲ ਮੁਲਾਕਾਤ ਕਿਹੋ ਜਿਹੀ ਰਹੀ ਤੁਹਾਡੀ? ਮੁਲਾਕਾਤ ਅੱਛੀ ਰਹੀ ਜੀ। ਐਕਚੁਅਲੀ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਅਵਾਰਡ ਦਿੱਤਾ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿ ਇਹ ਘਾਹ ਦੇ ਨਾਲ ਕੁਝ ਕਰਦਾ ਹੈ ਨਾ। ਦੂਜੀ ਵਾਰੀ ਅਵਾਰਡ ਦਿੱਤਾ ਸੀਗਾ, ਉਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਘਾਹ ਦੇ ਨਾਲ ਅੱਖਾਂ ਦੇ ਪੱਟੀ ਬੰਨ੍ਹ ਕੇ ਕੁਝ ਕਰ ਰਿਹਾ। ਉਦੋਂ ਸਟੇਟ ਅਵਾਰਡ ਦਿੱਤਾ ਸੀ। ਫਿਰ 550ਵਾਂ ਪ੍ਰਕਾਸ਼ ਪੁਰਬ 'ਤੇ ਮੇਰਾ ਐਗਜ਼ੀਬਿਸ਼ਨ ਲੱਗਿਆ ਹੋਇਆ ਸੀਗਾ ਅਤੇ ਉਹਨਾਂ ਨੂੰ ਪਤਾ ਚੱਲਿਆ ਕਿ ਇਸ ਐਗਜ਼ੀਬਿਸ਼ਨ ਦੇ ਵਿੱਚ ਘਾਹ ਕਲਾਕਾਰ ਅਭਿਸ਼ੇਕ ਵੀ ਆਇਆ ਹੋਇਆ, ਤਾਂ ਸਪੈਸ਼ਲੀ ਪ੍ਰੋਟੋਕੋਲ ਬ੍ਰੇਕ ਕਰਕੇ ਮੇਰੇ ਕੋਲ ਆ ਗਏ ਸੀਗੇ ਦੇਖਣ ਵਾਸਤੇ ਤੇ ਆਪਣੇ ਸ਼ੀਸ਼ ਮਹਿਲ ਵਾਸਤੇ ਆਰਟੀਫੈਕਟ ਲੈ ਕੇ ਗਏ ਸੀਗੇ ਤੇ ਉਹਨਾਂ ਨੂੰ ਬਹੁਤ ਅਟਰੈਕਟ ਕੀਤੀ ਇਹ ਚੀਜ਼ਾਂ। ਕਿਆ ਬਾਤ ਹੈ। ਮਤਲਬ ਇੱਕ ਇਦਾਂ ਦਾ ਆਰਟੀਫੈਕਟ ਜਿਹੜਾ ਆ ਪਟਿਆਲਾ ਦੇ ਜਿਹੜਾ ਪੈਲੇਸ ਹੈਗਾ ਆ, ਉੱਥੇ ਵੀ ਇਹ ਇੱਕ ਆਰਟੀਫੈਕਟ ਤੁਹਾਨੂੰ ਮਿਲ ਜਾਏਗਾ। ਤੇ ਬਲਾਈਂਡ ਫੋਲਡ ਅਸੀਂ ਤੁਹਾਨੂੰ ਦੱਸੀ ਤਾਂ ਜਾ ਰਹੇ ਹਾਂ ਕਿ ਬਲਾਈਂਡ ਫੋਲਡ ਹੋ ਕੇ ਇਹ ਬਣਾਉਂਦੇ ਨੇ ਆਪਣੇ ਆਰਟੀਫੈਕਟਸ, ਤੇ ਇੱਕ ਅਸੀਂ ਲਾਈਵ ਦੇਖ ਵੀ ਲੈਂਦੇ ਹਾਂ, ਸਾਡੇ ਦਰਸ਼ਕ ਦੇਖ ਵੀ ਲੈਣ, ਤੇ ਕਿਉਂ ਨਾ ਇੱਕ ਹੋ ਜਾਏ ਐਸੀ ਕੋਈ ਕਲਾਕ੍ਰਿਤੀ ਬਣ ਜਾਏ ਬਲਾਈਂਡ ਫੋਲਡ ਹੋ ਕੇ। ਜੀ ਬਿਲਕੁਲ ਜੀ, ਜ਼ਰੂਰ। ਮੈਂ ਤੁਹਾਨੂੰ ਸਾਰਿਆਂ ਨੂੰ ਹੁਣੀ ਬਲਾਈਂਡ ਫੋਲਡ ਹੋ ਕੇ ਇਹ ਤਾਂ ਤੁਸੀਂ ਚਲੋ ਦੇਖ ਰਹੇ ਹੋ ਆਰਟੀਫੈਕਟਸ ਕੁਝ ਬੜੇ ਨੇ, ਹੈ ਨਾ। ਆਪਾਂ ਬਹੁਤ ਬਾਰੀਕ ਚੀਜ਼ ਤੁਹਾਨੂੰ ਕਰਕੇ ਦਿਖਾਉਂਦੇ ਹਾਂ ਅਤੇ ਜਸਟ ਇੱਕ ਘਾਹ ਦੇ ਤਿਨਕੇ ਨਾਲ ਕਰਾਂਗੇ ਅਤੇ ਘਾਹ ਦਾ ਤਿਨਕਾ ਬਿਲਕੁਲ ਡਰਾਈ ਹੈ। ਕੋਈ ਇਹਦੇ 'ਚ ਮੈਂ ਕਿਸੇ ਵੀ ਤਰ੍ਹਾਂ ਦਾ ਕਹਿ ਲਓ ਜਾਂ ਇਹਨੂੰ ਨਮੀ ਵਗੈਰਾ ਨਹੀਂ ਦਿੱਤੀ, ਬਿਲਕੁਲ ਐਨ ਡਰਾਈ ਘਾਹ ਹੈਗਾ ਅਤੇ ਇਹਦੇ ਨਾਲ ਆਪਾਂ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ। ਬਿਲਕੁਲ, ਇਹ ਮੈਂ ਦੱਸ ਦੇਵਾਂ ਕਿ ਇਸ ਘਾਹ ਨੂੰ ਮੈਂ ਚੈੱਕ ਕਰ ਲਿਆ ਹੈ ਕਿ ਬਿਲਕੁਲ ਡਰਾਈ ਘਾਹ ਹੈਗਾ ਹੈ ਇਹ। ਤੇ ਸ਼ੁਰੂਆਤ ਕਰਦੇ ਹਾਂ ਅਸੀਂ ਇਹਦੀ ਕਿ ਕਿਸ ਤਰੀਕੇ ਨਾਲ ਜਿਹੜੇ ਬਲਾਈਂਡ ਫੋਲਡ ਹੋ ਕੇ ਇਸ ਵਕਤ ਤੁਹਾਨੂੰ ਬਣਾ ਕੇ ਦਿਖਾਣਗੇ। ਜੇਕਰ ਥੋੜੇ ਪਿਛੋਕੜ ਦੀ ਗੱਲ ਕਰ ਲਈਏ, ਜਿਸ ਵਕਤ ਇਹਨਾਂ ਨੇ ਬਣਾਇਆ ਸੀਗਾ ਤੇ ਬਹੁਤ ਜਿਸ ਵਕਤ ਬਲਾਈਂਡ ਫੋਲਡ ਹੋ ਕੇ ਲਿਮਕਾ ਬੁੱਕ ਰਿਕਾਰਡ ਬਣਾਇਆ ਸੀਗਾ, ਤਦ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਦੇ ਨੇ ਲੋਕ ਕਿ ਜਿਹੜਾ ਕੱਪੜਾ ਬਣਿਆ ਹੋਇਆ ਹੈਗਾ ਆ ਉਹ ਪੂਰਾ ਜਿਹੜਾ ਆ ਉਹ
ਬਲੈਕ ਆਊਟ ਕਰ ਦੇਵੇ, ਉਹ 'ਚੋਂ ਦਿਖ ਨਾ ਸਕੇ। ਉਸ ਤੋਂ ਬਾਅਦ ਰੇਤਾ ਵੀ ਅੱਖਾਂ 'ਚ ਲਾਈ ਗਈ ਤੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ। ਲੇਕਿਨ ਅੱਜ ਅਸੀਂ ਉਹੀ ਚੀਜ਼ ਆ, ਇਹ ਕੱਪੜਾ ਵੀ ਅਸੀਂ ਦੇਖ ਚੁੱਕੇ ਹਾਂ ਤੇ ਹੁਣ ਬਲਾਈਂਡ ਫੋਲਡ ਹੋ ਗਏ ਨੇ। ਤੇ ਇਸ ਤੋਂ ਬਾਅਦ ਜਿਹੜੀ ਆਪਣੀ ਕਲਾ ਜਿਹੜੀ ਹੈਗੀ ਹੈ, ਉਹ ਪ੍ਰਦਰਸ਼ਨ ਜਿਹੜਾ ਆ ਤੁਹਾਨੂੰ ਲਾਈਵ ਇੱਥੋਂ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈਗਾ ਆ। ਤੇ ਨਾਲ ਥੋੜੀ ਬਹੁਤ ਗੱਲਬਾਤ ਵੀ ਕਰਦੇ ਰਵਾਂਗੇ ਅਭਿਸ਼ੇਕ ਜੀ ਦੇ ਨਾਲ। ਅਭਿਸ਼ੇਕ ਜੀ, ਜੇਕਰ ਗੱਲ ਕਰੀਏ ਕਿ ਸ਼ੁਰੂਆਤ ਕਰਨੀ ਸੀਗੀ ਕਿ ਮੈਂ ਅੱਖਾਂ ਬੰਦ ਕਰਕੇ ਕਰੂੰਗਾ, ਤਦ ਕਿੱਦਾਂ ਸੋਚਿਆ ਕਿ ਅੱਖਾਂ ਬੰਦ ਕਰਕੇ ਬਣਾਉਂਗਾ ਮੈਂ, ਕਿਉਂਕਿ ਇਹ ਆਰਟ ਤਾਂ ਉਦਾਂ ਹੀ ਬੜੀ ਔਖੀ ਆ ਕਰਨੀ। ਦੇਖੋ, ਪਤਾ ਗੱਲ ਕੀ ਹੋਈ ਸੀਗੀ ਕਿ ਮੈਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਸੀ ਕਿ ਮੈਨੂੰ ਕੋਈ ਇੱਦਾਂ ਦੀ ਗੁਣਤੀ ਦਿਓ ਜਿਹਦੇ ਨਾਲ ਮੈਂ ਇਸ ਚੀਜ਼ ਨੂੰ ਹਾਈਲਾਈਟ ਕਰ ਸਕਾਂ। ਤਾਂ ਗੁਰੂ ਮਹਾਰਾਜ ਜੀ ਨੇ ਇਹ ਜਿਹੜੀ ਬਖਸ਼ਿਸ਼ ਹੈਗੀ ਹੈ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਹ ਘਾਹ ਤੋਂ ਚੀਜ਼ਾਂ ਬਣਾਉਣ ਦੀ, ਉਹ ਉਹਨਾਂ ਨੇ ਦੇਤੀ ਹੈ। ਅੱਛਾ। ਤੇ ਜਿਸ ਵਕਤ ਅਸੀਂ ਨਾ ਗੱਲ ਕਰ ਰਹੇ ਸੀਗੇ ਲਿਮਕਾ ਬੁੱਕ ਰਿਕਾਰਡ ਦੀ ਜਾਂ ਹੋਰ ਜਿਹੜੇ ਰਿਕਾਰਡ ਤੁਸੀਂ ਬਣਾਏ ਨੇ, ਬਹੁਤ ਤਰੀਕੇ ਦੀ ਚੈਕਿੰਗਸ ਵਗੈਰਾ ਉਹਨਾਂ ਨੇ ਕੀਤੀਆਂ ਹੋਣਗੀਆਂ, ਤੇ ਉਹ ਸਫ਼ਰ ਕਿਹੋ ਜਿਹਾ ਰਿਹਾ ਜਿਸ ਵਕਤ ਪਹਿਲਾ ਰਿਕਾਰਡ ਜਿਹੜਾ ਸੀ ਦਰਜ ਕਰਾਉਣਾ ਸੀ? ਐਕਚੁਅਲੀ ਜੀ ਪਹਿਲਾ ਰਿਕਾਰਡ ਮੈਂ ਦਰਜ ਕਰਾਇਆ ਸੀ ਇੰਡੀਆ ਬੁੱਕ ਆਫ ਵਰਲਡ ਰਿਕਾਰਡ 'ਚ। ਅਤੇ ਉਸ ਵੇਲੇ ਵੀ ਉਹਨਾਂ ਨੇ ਕਹਿ ਲਓ ਕਿ ਅੱਖਾਂ 'ਤੇ ਪਹਿਲਾਂ ਸਿੱਕੇ ਰੱਖੇ, ਠੀਕ ਹੈ। ਉਸ ਤੋਂ ਬਾਅਦ ਕਲੇ ਦੀ ਇੱਕ ਮੋਟੀ ਪਰਤ ਲਗਾਈ ਗਈ, ਫਿਰ ਉਹਨਾਂ ਨੇ ਪੱਟੀ ਬੰਨੀ ਸੀ ਅਤੇ ਕਿਹਾ ਸੀਗਾ ਲਓ ਜੀ ਹੁਣ ਬਣਾ ਕੇ ਦਿਖਾਓ। ਅਤੇ ਉਸ ਵੇਲੇ ਮੈਂ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਕਲਾਕ੍ਰਿਤੀਆਂ ਬਣਾ ਕੇ ਦਿਖਾਈ ਸੀ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ 'ਚੋਂ ਇੱਕ ਕਲਾਕ੍ਰਿਤੀ ਕੋਈ ਦੱਸੋ ਤਾਂ ਉਸ ਤਰੀਕੇ ਨਾਲ ਅਸੀਂ ਤੁਹਾਡਾ ਰਿਕਾਰਡ ਦਰਜ ਕਰ ਲੈਂਦੇ ਹਾਂ। ਤਾਂ ਫਿਰ ਉਹਨਾਂ ਨੇ ਰਿਕਾਰਡ ਦਰਜ ਕਰਿਆ ਅਤੇ ਸੇਮ ਪ੍ਰੋਸੈਸ ਉਹਨਾਂ ਨੇ ਲਿਮਕਾ ਬੁੱਕ ਵਾਲਿਆਂ ਨੇ ਵੀ ਉਹੀ ਕੀਤਾ। ਅਤੇ ਹਾਲ ਹੀ ਦੇ ਵਿੱਚ ਗਿਨੀਜ਼ ਬੁੱਕ ਵੀ ਮੈਂ ਅਟੈਂਪਟ ਕੀਤਾ ਹੈਗਾ, ਬਟ ਉਹ ਕਿਸੇ ਹੋਰ ਵਿਸ਼ੇ ਦੇ ਨਾਲ ਹੈ। ਤੇ ਤੁਹਾਡਾ ਇੱਕ ਵਰਡ ਰਿਕਾਰਡ ਹੈਗਾ ਆ ਚਮਚ ਦਾ। ਉਹ ਚਮਚ ਮੈਂ ਦੇਖਿਆ ਬਹੁਤ ਛੋਟਾ ਆ, ਮੈਂ ਜੇਕਰ ਤੁਹਾਨੂੰ ਦਿਖਾਉਂਗੀ ਵੀ ਕਿ ਇਸ ਵਿੱਚ ਉਹ ਚਮਚ ਪਿਆ ਹੋਇਆ ਆ, ਤੇ ਉਹ ਚਮਚ ਹੈਗਾ ਕੁਛ 2 mm ਦਾ ਹੈਗਾ ਆ। ਇਸ ਤੋਂ ਪਹਿਲਾਂ ਜਿਹੜਾ ਰਿਕਾਰਡ ਸੀਗਾ 3.5 mm ਦਾ ਸੀਗਾ। ਤੇ ਇਹਦੀ ਗੱਲ ਕਰ ਲਈਏ ਤੇ ਇਹ ਚਮਚ ਕਿਸ ਤਰੀਕੇ ਨਾਲ ਬਣਾਇਆ ਗਿਆ, ਕਿਉਂਕਿ ਤੁਸੀਂ ਮੈਨੂੰ ਦੱਸਿਆ ਸੀਗਾ ਬਿਨਾਂ ਕਿਸੇ ਲੈਂਸ ਤੋਂ ਬਣਾਇਆ, ਕਿਉਂਕਿ ਇਹ ਤਾਂ ਸਾਨੂੰ ਦੇਖਣਾ ਵੀ ਔਖਾ ਲੱਗ ਰਿਹਾ ਇਹਦਾ, ਤੁਸੀਂ ਬਣਾ ਦਿੱਤਾ ਇਹਨੂੰ। ਐਕਚੁਅਲੀ ਇਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਮੈਂ ਸ਼੍ਰੀ ਏਕ ਓਮਕਾਰ ਸਾਹਿਬ ਦੇ ਰਿਗਾਰਡਿੰਗ ਰਿਕਾਰਡ ਲਗਾਇਆ ਸੀ ਗਿਨੀਜ਼ ਬੁੱਕ ਨੂੰ। ਉਹਨਾਂ ਨੇ ਤਾਰੀਫ ਜ਼ਰੂਰ ਕਰੀ ਅਤੇ ਕਿਹਾ ਕਿ ਇਹ ਰਿਕਾਰਡ ਟੁੱਟ ਨਹੀਂ ਸਕਦਾ, ਇਸ ਕਰਕੇ ਅਸੀਂ ਇਸ ਰਿਕਾਰਡ ਨੂੰ ਦਰਜ ਨਹੀਂ ਕਰ ਰਹੇ, ਕਿਉਂਕਿ ਉਹਨਾਂ ਦੀ ਪੋਲਿਸੀ ਆ ਉਹੀ ਰਿਕਾਰਡ ਦਰਜ ਕਰਦੇ ਨੇ ਜਿਹਦੀ ਟੁੱਟਣ ਦੀ ਸੰਭਾਵਨਾ ਹੋਵੇ। ਤਾਂ ਮੇਰਾ ਮਨ ਸੀਗਾ ਕਿ ਮੈਂ ਰਿਕਾਰਡ ਦਰਜ ਕਰਾਉਣਾ ਹੀ ਹੈਗਾ, ਅਤੇ ਪੰਜਾਬੀਆਂ ਵਾਲੀ ਵਿਲ ਪਾਵਰ ਸੀਗੀ, ਤਾਂ ਉਹਨਾਂ ਨੇ ਇਸ ਲੈਵਲ ਦਾ ਸਕਿੱਲ ਲਿਆ ਤਾ ਉਸ ਵਿਲ ਨੇ। ਤਾਂ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਤੁਸੀਂ ਕਿਸੇ ਵੀ ਲੈਵਲ ਦਾ ਜਿਹੜਾ ਸਕਿੱਲ ਹੈ ਉਹ ਹਾਸਲ ਕਰ ਸਕਦੇ ਹੋ। ਤੇ ਵਿਲ ਪਾਵਰ ਜਿਹੜੀ ਪੰਜਾਬੀਆਂ ਵਾਲੀ ਹੁੰਦੀ ਹੈ ਨਾ, ਉਹਦੇ ਵਿੱਚ ਆ ਜਾਂਦੇ ਦੋਸਤ ਮਿੱਤਰ ਵੀ ਆ ਜਾਂਦੇ ਆਪਣੇ। ਤੇ ਦੋਸਤ ਮਿੱਤਰ ਜਿਸ ਵਕਤ ਉਹਨਾਂ ਨੂੰ ਪਤਾ ਚੱਲਿਆ ਸੀਗਾ ਕਿ ਅਜਿਹਾ ਕੋਈ ਕੰਮ ਅਭਿਸ਼ੇਕ ਕਰਨ ਚੱਲਾ ਆ, ਉਹਨਾਂ ਦਾ ਕੀ ਸੁਭਾਅ ਸੀਗਾ, ਕਿਸ ਤਰੀਕੇ ਦਾ ਰਵੱਈਆ ਸੀਗਾ, ਤੇ ਅੱਜ ਕੀ ਕਹਿੰਦੇ ਨੇ ਉਹ? ਸਟਾਰਟਿੰਗ 'ਚ ਥੋੜ੍ਹਾ ਉਹ ਕਰ ਰਹੇ ਸੀਗੇ ਕਿ ਅਭਿਸ਼ੇਕ ਯਾਰ ਕੀ ਤਿਣਕਿਆਂ ਦੇ ਨਾਲ ਤੂੰ ਕਰੀ ਆਉਂਦਾ ਜਾਂ ਕੁਛ ਕਰਦਾ ਹੈਗਾ। ਅੱਜ ਹੁਣ ਜਦ ਦੇਖਦੇ ਨੇ ਕਿ ਇੱਕ ਮੁਕਾਮ ਹੈ, ਇੰਟਰਵਿਊਜ਼ ਹੁੰਦੇ ਨੇ ਜਾਂ ਵਰਲਡ ਰਿਕਾਰਡ ਰੱਖ ਰਿਹਾ, ਹੋਰ ਚੀਜ਼ਾਂ ਰੱਖ ਰਿਹਾ, ਹੁਣ ਦੱਸਦੇ ਆ ਕਿ ਇਹ ਮੇਰਾ ਦੋਸਤ ਸੀਗਾ ਜਾਂ ਮੇਰਾ ਫਰੈਂਡ ਹੈ, ਇੱਦਾਂ ਦੀ ਚੀਜ਼ਾਂ ਜਾਂ TV 'ਤੇ ਉਹ ਚੱਲਦੀ ਦੇਖਦੇ ਨੇ। ਤਾਂ ਇੱਕ ਚੀਜ਼ ਹੁੰਦੀ ਹੈ ਕਿ ਜਿਹੜਾ ਤੁਹਾਡਾ ਸਫ਼ਰ ਹੈ ਨਾ ਉਹ ਤੁਸੀਂ ਇਕੱਲੇ ਨਹੀਂ ਤੈਅ ਕਰਨਾ, ਅਤੇ ਆਪਣੇ ਸਫ਼ਰ ਵੱਲ ਜ਼ਿਆਦਾ ਧਿਆਨ ਦਿਓ, ਦੂਜੇ ਦੀ ਬੁਲਾਵਾ। ਬਹੁਤ ਵੱਡੀ ਗੱਲ ਕਹੀ ਕਿ ਜਿਸ ਵਕਤ ਕੋਈ ਮੁਕਾਮ ਹਾਸਿਲ ਕਰਨਾ ਆ ਤੇ ਆਪਣੇ ਸਫ਼ਰ ਵੱਲ ਤੇ ਆਪਣੇ ਏਮ ਵੱਲ ਬਹੁਤ ਧਿਆਨ ਹੋਣਾ ਚਾਹੀਦਾ ਹੈਗਾ ਆ, ਤੇ ਉਹੀ ਧਿਆਨ ਦੇ ਰਹੇ ਨੇ। ਤੇ ਜੇਕਰ ਅਭਿਸ਼ੇਕ ਜੀ ਗੱਲ ਕਰਾਂ ਮੈਂ, ਆਹ ਆਰਟੀਫੈਕਟਸ ਤੁਸੀਂ ਬਣਾ ਲਏ, ਲੇਕਿਨ ਇਹਨਾਂ ਦੀ ਸੰਭਾਲ ਵੀ ਕਿਤੇ ਨਾ ਕਿਤੇ ਔਖੀ ਹੁੰਦੀ ਹੋਏਗੀ। ਸੰਭਾਲਣਾ ਬਹੁਤ ਔਖਾ, ਕਿਉਂਕਿ ਡੈਲੀਕੇਟ ਜੀਆਂ ਚੀਜ਼ਾਂ ਨੇ ਇਹ, ਇਹਨਾਂ ਦੀ ਸੰਭਾਲ ਕਿਸ ਤਰੀਕੇ ਨਾਲ ਕਰਦੇ ਹੋ ਤੁਸੀਂ? ਸੰਭਾਲ ਤਾਂ ਜੀ ਕਰ ਲੈਂਦਾ ਜੀ, ਤੁਹਾਡੇ ਸਾਹਮਣੇ ਹੈ, ਕਿਉਂਕਿ ਇਹ ਜਸਟ ਤੁਸੀਂ ਕੁਛ ਆਰਟੀਫੈਕਟਸ ਹੀ ਉਰੇ ਪਏ ਦੇਖ ਰਹੇ ਹੋ। ਨੀਅਰ ਅਬਾਊਟ 400 ਦੇ ਕਰੀਬ ਮੈਂ ਆਰਟੀਫੈਕਟਸ ਕਲਾਕ੍ਰਿਤੀਆਂ ਇੱਦਾਂ ਦੀ ਬਣਾ ਚੁੱਕਿਆ ਹੈਗਾ, ਜਿਹੜੀ ਕਿ ਵੱਖ-ਵੱਖ ਡਿਜ਼ਾਈਨ ਦੀ ਹੈ, ਜਿਵੇਂ ਤੁਸੀਂ ਇਹ ਦੇਖ ਰਹੇ ਹੋ। ਤਾਂ ਉਹ ਸਾਰੀਆਂ ਦੀ ਪੈਕ ਨੇ, ਜਿਵੇਂ ਕਿਤੇ ਮੇਰਾ ਐਗਜ਼ੀਬਿਸ਼ਨ ਲੱਗਦਾ, ਜਿਵੇਂ ਕਿਤੇ ਸਕੂਲ 'ਚ ਲੱਗਦਾ ਜਾਂ ਕਿਤੇ ਕਾਲਜ 'ਚ ਲੱਗ ਰਿਹਾ ਜਾਂ ਗੌਰਮੈਂਟ ਵੱਲੋਂ ਲੱਗ ਰਿਹਾ, ਤਾਂ ਉੱਥੇ ਮੈਂ ਮਤਲਬ ਕਿ ਆਪਣਾ ਜਿਹੜਾ ਪੂਰਾ ਮੇਰਾ ਸੈਟਅਪ ਹੁੰਦਾ ਉਹਨੂੰ ਨਾਲ ਲੈ ਕੇ ਜਾਂਦਾ ਹੈਗਾ। ਜਿਸ ਤਰੀਕੇ ਨਾਲ ਤੁਸੀਂ ਐਗਜ਼ੀਬਿਸ਼ਨਸ ਵਗੈਰਾ ਲਗਾਉਂਦੇ ਹੋ, ਕਦੀ ਸੋਚਿਆ ਕਿ ਦੇਸ਼ ਦੇ ਵਿੱਚ ਤਾਂ ਲਗਾ ਲਈ, ਆਪਣੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਲਗਾ ਲਈ, ਵਿਦੇਸ਼ਾਂ 'ਚ ਲਗਾਉਣ ਦਾ ਸੋਚਿਆ ਕਦੀ ਐਗਜ਼ੀਬਿਸ਼ਨ? ਹਾਂਜੀ ਬਿਲਕੁਲ, ਜਿੱਥੇ-ਜਿੱਥੇ ਮੇਰੇ ਪੰਜਾਬੀ ਵੀਰ ਵੱਸਦੇ ਨੇ, ਜਿੱਥੇ-ਜਿੱਥੇ ਸਾਡੀ ਪੰਜਾਬ ਦੀ ਪੀੜ੍ਹੀਆਂ ਨੇ, ਉੱਥੇ ਮੈਂ ਜ਼ਰੂਰ ਐਗਜ਼ੀਬਿਸ਼ਨ ਲਗਾਉਣਾ ਚਾਹੁੰਦਾ ਹੈਗਾ, ਕਿਉਂਕਿ ਸਾਡੇ ਜਿਹੜੇ ਕਹਿ ਲਓ ਯੰਗ ਜਨਰੇਸ਼ਨ ਹੈ, ਉਹਨਾਂ ਨੂੰ ਸਾਡੀ ਇਸ ਵਿਰਾਸਤ ਬਾਰੇ ਨਹੀਂ ਪਤਾ, ਅਤੇ ਇਹ ਵੀ ਸ਼ਾਇਦ ਉਹ ਇਸ ਵਿਰਾਸਤ ਨੂੰ ਜਾਣਨਾ ਚਾਹੁੰਦੇ ਨੇ, ਉਹ ਵੀ ਜਾਣਨਾ ਚਾਹੁੰਦੇ ਨੇ ਕਿ ਪੰਜਾਬੀਆਂ ਦਾ ਪਿਛੋਕੜ ਕੀ ਹੈ।
ਤੇ ਮੈਂ ਚਾਹਾਂਗਾ ਜਿਵੇਂ ਕੈਨੇਡਾ ਹੈ ਜਾਂ ਹੋਰ ਕੰਟਰੀਜ਼ ਨੇ, ਅਗਰ ਉੱਥੇ ਤੋਂ ਮੈਨੂੰ ਕੋਈ ਸਪਾਂਸਰਸ਼ਿਪ ਦਿੰਦਾ ਤਾਂ ਕਿ ਆਪਾਂ ਇਦਾਂ ਦੇ ਇਵੈਂਟਸ ਕਹਿ ਲਓ ਜਾਂ ਲਾਈਵ ਡੈਮੋਸਟ੍ਰੇਸ਼ਨ ਆਪਾਂ ਉੱਥੇ ਕੰਡਕਟ ਕਰ ਸਕੀਏ। ਕੀ ਬਾਤ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜਾ ਆਪਣਾ ਪਿਛੋਕੜ ਆ ਪੰਜਾਬ ਦਾ, ਬਹੁਤ ਅਮੀਰ ਵਿਰਾਸਤ ਆ ਸਾਡੀ, ਤੇ ਉਹ ਵਿਰਾਸਤ ਦੇ ਵਿੱਚ ਅਜਿਹੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਲੈ ਕੇ ਨਾਲ ਤੁਰਨਾ ਬਹੁਤ ਔਖਾ ਆ, ਲੇਕਿਨ ਜਿਹੜੇ ਕਰਨਾ ਚਾਹੁੰਦੇ ਨੇ ਉਹ ਕਰਦੇ ਵੀ ਨੇ। ਤੇ ਮੈਂ ਦੇਖ ਰਹੀ ਹਾਂ ਕਿ ਸ਼ਾਇਦ ਜਿਹੜੀ ਕਲਾਕ੍ਰਿਤੀ ਸੀਸੀ ਬਣਾਉਣ ਦੀ ਗੱਲ ਕੀਤੀ ਸੀ ਬਣ ਗਈ ਹੈਗੀ ਹੈ। ਇਹਦੇ ਬਾਰੇ ਹੁਣ ਤੁਸੀਂ ਆਪਣੀ ਪੱਟੀ ਖੋਲ ਸਕਦੇ ਹੋ ਤੇ ਤੁਸੀਂ ਸਾਨੂੰ ਦੱਸ ਵੀ ਸਕਦੇ ਹੋ। ਸ਼ੋਰ ਸ਼ੋਰ, ਮੈਂ ਉਹੀ ਸੋਚ ਰਿਹਾ ਸੀਗਾ ਕਿ ਮੈਂ ਬਣਾ ਕੇ ਤਾਂ ਕੱਦਾ ਬੈਠਿਆ ਹੋਇਆ, ਕੁਝ ਪੁੱਛਿਆ ਹੈ ਨਹੀਂ ਹਜੇ। ਤੁਸੀਂ ਆਹ ਦੇਖ ਸਕਦੇ ਹੋ ਕਿੰਨਾ ਪਿਆਰਾ ਪੈਟਰਨ ਆਇਆ ਹੈ ਬਿਲਕੁਲ, ਤੇ ਬਲਾਈਂਡ ਫੋਲਡਡ। ਮੈਂ ਦੇਖ ਸਕਦੀ ਹਾਂ ਇਹਨੂੰ ਜੀ ਬਿਲਕੁਲ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਪੈਟਰਨ ਆ, ਇਹ ਫਲੈਕਸੀਬਲ ਪੈਟਰਨ ਆ, ਇਹ ਕੋਈ ਸੌਖਾ ਨਹੀਂ ਬਣਾਉਣਾ। ਜੇਕਰ ਅਸੀਂ ਗੱਲ ਕਰੀਏ ਹੱਥੀਂ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੋਰਮਲੀ ਆਪਾਂ ਮਸ਼ੀਨਾਂ ਨਾਲ ਬਣਾਉਂਦੇ ਆ, ਮਸ਼ੀਨਾਂ ਨਾਲ ਦਿਖਦੀਆਂ ਨੇ ਇਹ ਚੀਜ਼ਾਂ, ਲੇਕਿਨ ਹੱਥੀਂ ਤੁਹਾਡੇ ਸਾਹਮਣੇ ਬਣਾ ਦਿੱਤੀ ਗਈ ਇੱਕ ਘਾਹ ਦੇ ਤਿਨਕੇ ਦੇ ਨਾਲ, ਤੇ ਦੂਜੇ ਪਾਸੇ ਅੱਖਾਂ ਸੀਗੀਆਂ ਬੰਦ, ਤੇ ਬਹੁਤ ਖੂਬਸੂਰਤ ਆ। ਲੇਕਿਨ ਇਹ ਪੈਟਰਨ ਤੁਸੀਂ ਪਹਿਲੀ ਵਾਰੀ ਸੋਚਿਆ ਕਿੱਦਾਂ? ਐਕਚੁਅਲੀ ਜਿਵੇਂ ਜਿਹੜੀ ਤੁਸੀਂ ਇਹ ਬੁਣਤੀ ਦੇਖ ਰਹੇ ਆ, ਇਹਦੇ ਨਾਲ ਦੀ ਬਹੁਤ ਸਾਰੀ ਬੁਣਤੀਆਂ ਹੁੰਦੀਆਂ ਨੇ। ਉਹਨਾਂ ਬੁਣਤੀਆਂ ਦੇ ਵਿੱਚੋਂ ਇੱਕ ਬੁਣਤੀ ਇਹ ਵੀ ਹੈਗੀ ਹੈ, ਇਹਦੇ ਵਿੱਚ ਵੀ ਅਲੱਗ-ਅਲੱਗ ਸ਼ੇਡਿਸ ਨੇ, ਆਪਾਂ ਹੋਰ ਵੀ ਤਰੀਕੇ ਦੇ ਡਿਜ਼ਾਈਨਸ ਪਾ ਸਕਦੇ ਹਾਂ। ਤਾਂ ਉਹ ਸਾਰੀ ਜਿੰਨੀ ਵੀ ਸਾਰੀ ਗੁਣਤੀ ਹੈਗੀ ਆ ਉਹ ਪੁਰਖਾਂ ਤੋਂ ਮਿਲੀ ਹੈ, ਤੇ ਉਹਦੇ ਵਿੱਚ ਮੈਂ ਥੋੜ੍ਹਾ ਬਹੁਤਾ ਢਾਪਨ ਕਰਕੇ ਉਹਨੂੰ ਚੇਂਜ ਵੀ ਕਰ ਰਿਹਾ। ਆਪਾਂ ਨਾ ਇੱਥੇ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਕਲਾਕ੍ਰਿਤੀਆਂ ਨੇ, ਤੁਸੀਂ ਇਹ ਵੀ ਬਣਾਈ, ਇਹ ਤਾਂ ਚਲੋ ਤੁਸੀਂ ਸਾਡੇ ਸਾਹਮਣੇ ਕੁਝ ਸਮੇਂ ਦੇ ਵਿੱਚ ਬਣਾ ਦਿੱਤੀ, ਲੇਕਿਨ ਅਦਰਵਾਈਜ਼ ਜਿਹੜੀ ਵੱਡੀ ਵੱਡੀ ਤੁਸੀਂ ਚੀਜ਼ਾਂ ਬਣਾਈਆਂ ਨੇ, ਭਾਵੇਂ ਉਹ ਮੈਂ ਬਾਹਰ ਜਿਹੜਾ ਪੌਦਾ ਬਣ ਰਿਹਾ ਜਿੱਥੇ ਮੈਂ ਖੜ ਕੇ ਆਈ ਹਾਂ ਹੁਣੇ ਬਹੁਤ ਖੂਬਸੂਰਤ ਹੈ, ਭਾਵੇਂ ਉਹ ਹੋਵੇ, ਭਾਵੇਂ ਜਿਹੜਾ ਹੈਂਗਿੰਗ ਬਣ ਰਹੇ ਨੇ, ਝਾਲਰ ਜੀ ਬਣ ਰਹੀ ਹੈ, ਕਿੰਨਾ ਕੁ ਸਮਾਂ ਲੱਗ ਜਾਂਦਾ ਇਹਨਾਂ ਸਾਰਿਆਂ ਵਿੱਚ? ਦੇਖੋ, ਜੇ ਮੈਂ ਉਹ ਬੂਟੇ ਦੀ ਗੱਲ ਕਰਾਂ ਤਾਂ 6 ਮਹੀਨੇ ਦੇ ਕਰੀਬ ਮੇਰੇ ਉੱਤੇ ਲੱਗ ਚੁੱਕੇ ਨੇ, ਤੇ ਹਜੇ ਉਸਤੇ ਮੇਬੀ 8 ਕੁ ਮਹੀਨੇ ਹਜੇ ਹੋਰ ਲੱਗਣਗੇ। ਅੱਛਾ, ਤੇ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਆ ਪੇਸ਼ੈਂਸ ਵੀ ਚਾਹੀਦੀ ਹੈ, ਤੇ ਤੁਹਾਡਾ ਜਿਹੜਾ ਹਾਰਡ ਵਰਕ ਹੈਗਾ ਹੈ ਉਹ ਵੀ ਬਹੁਤ ਜ਼ਰੂਰੀ ਹੈਗਾ ਆ। ਦੂਜੇ ਪਾਸੇ ਤੁਸੀਂ ਤਾਂ ਇਹ ਕੰਮ ਕਰ ਰਹੇ ਹੋ, ਤੁਹਾਨੂੰ ਵਿਰਾਸਤ ਮਿਲੀ ਆਪਣੇ ਦਾਦਾ ਜੀ ਤੋਂ, ਹੁਣ ਇਹ ਅੱਗੇ ਤੋਰਨੀ ਵੀ ਸ਼ਾਇਦ ਜ਼ਰੂਰੀ ਹੈਗੀ ਹੈ, ਕਿਉਂਕਿ ਇੱਥੇ ਤੱਕ ਪਹੁੰਚ ਗਈ, ਇਹਨੂੰ ਇੱਥੇ ਛੱਡਣਾ ਉਹ ਨਹੀਂ ਆ, ਵਾਜਿਬ ਨਹੀਂ ਹੋਏਗਾ ਤੇ ਨਾ ਇਨਸਾਫ ਹੋਏਗਾ। ਤੇ ਅੱਗੇ ਕਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਅੱਗੇ ਪੀੜ੍ਹੀ ਦਰ ਪੀੜ੍ਹੀ ਚਲਾਉਂਗੇ, ਜਾਂ ਕਿਸ ਤਰੀਕੇ ਨਾਲ ਇਹਨੂੰ ਅੱਗੇ ਲੈ ਕੇ ਜਾਇਆ ਜਾਏਗਾ? ਦੇਖੋ, ਰੀਜ਼ਨ ਕੀ ਹੁੰਦਾ ਜਦ ਵੀ ਕੋਈ ਆਰਟਿਸਟ ਇੱਦਾਂ ਦੀ ਕੋਈ ਆਰਟ ਬਣਾ ਰਿਹਾ ਹੈਗਾ ਹੈ ਨਾ, ਬਹੁਤ ਸਾਰੇ ਪਰਸਨਸ ਟਰਾਈ ਕਰਦੇ ਨੇ ਕਿ ਉਹ ਆਰਟ ਉਹ ਸਿੱਖ ਸਕਣ ਹੈ ਨਾ, ਬਟ ਉੱਦਾਂ ਦੀ ਕੈਪੇਬਿਲਿਟੀ ਹੋਣੀ ਜ਼ਰੂਰੀ ਆ। ਜੇ ਆਪਾਂ ਕੁਛ ਯੂਨੀਕ ਚੀਜ਼ ਸਿੱਖਣਾ ਚਾਹੁੰਦੇ ਹਾਂ, ਕੁਛ ਕੁ ਚੀਜ਼ਾਂ ਉਹ ਸਿੱਖ ਸਕਦੇ ਨੇ, ਬਣਾਉਣੀ ਆਸਾਨ ਵੀ ਨੇ, ਕੁਛ ਔਖੇ ਵੀ ਨੇ, ਕੁਛ ਬਹੁਤ ਔਖੇ ਨੇ, ਬਟ ਡਿਪੈਂਡ ਕਰਦਾ ਕਿ ਉਹਨਾਂ ਦੀ ਜਿਹੜੀ ਕਿ ਸਿੱਖਣ ਦੀ ਕਾਬਲੀਅਤ ਉਹ ਕਿੰਨੀ ਹੈ। ਬਿਲਕੁਲ, ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਹੜਾ ਕਲਾਕਾਰ ਹੈਗਾ ਆ ਤੇ ਕਲਾ ਹੈਗੀ ਆ, ਹਰ ਇੱਕ ਦੇ ਵਿੱਚ ਨਹੀਂ ਹੁੰਦੀ ਹੈ, ਕਿਸੇ ਦੇ ਕੋਲ ਕਲਾ ਆ, ਤੇ ਕਲਾਕਾਰ ਵੀ ਕੋਈ ਬਣ ਸਕਦਾ ਆ। ਤੇ ਇੱਕ ਮੇਰੇ ਨਾਲ ਨਾ ਥੋੜੀ ਦੇਰ ਪਹਿਲਾਂ ਇੱਕ ਸੁਪਨਾ ਸਾਂਝਾ ਕੀਤਾ ਸੀਗਾ ਅਭਿਸ਼ੇਕ ਜੀ ਨੇ, ਕਿ ਰੌਕ ਗਾਰਡਨ ਹੈਗਾ ਸਾਡੇ ਕੋਲ, ਰੋਜ਼ ਗਾਰਡਨ ਵੀ ਹੈਗੇ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਚੰਡੀਗੜ੍ਹ ਦੇ ਵਿੱਚ, ਲੇਕਿਨ ਆਪਣਾ ਸੁਪਨਾ ਹੈਗਾ ਇੱਕ ਘਾਹ ਗਾਰਡਨ ਵੀ ਹੋਵੇ। ਕੀ ਸੁਪਨਾ ਆ ਤੇ ਉਹਦੇ ਵਿੱਚ ਕੀ ਹੋਏਗਾ? ਦੇਖੋ, ਗ੍ਰਾਸ ਗਾਰਡਨ ਦਾ ਇੱਕ ਮੇਰਾ ਸੁਪਨਾ ਹੈਗਾ, ਕਿਉਂਕਿ ਹਰ ਆਰਟਿਸਟ ਦਾ ਕੋਈ ਨਾ ਕੋਈ ਇੱਦਾਂ ਦਾ ਡਰੀਮ ਜ਼ਰੂਰ ਹੁੰਦਾ ਹੈ। ਤਾਂ ਜਿਵੇਂ ਰਾਜਪੁਰਾ ਹੈਗਾ ਆਪਣਾ ਗੇਟਵੇ ਆਫ ਪੰਜਾਬ ਹੈ, ਤਾਂ ਮੈਂ ਉਰੇ ਇੱਦਾਂ ਦਾ ਕੁਛ ਆਰਟੀਫੈਕਟ ਬਣਾਉਣਾ ਚਾਹੁੰਦਾ, ਜਾਂ ਇੱਦਾਂ ਦਾ ਇੱਕ ਗਾਰਡਨ ਬਣਾਉਣਾ ਚਾਹੁੰਦਾ ਜਿੱਥੇ ਛੋਟੇ ਆਰਟੀਫੈਕਟਸ ਤਾਂ ਤੁਸੀਂ ਚਲੋ ਦੇਖ ਰਹੇ ਹੋ, ਵੱਡੇ ਆਰਟੀਫੈਕਟਸ ਹੋਣਗੇ। ਅਤੇ ਸਪੈਸ਼ਲੀ ਸਭ ਤੋਂ ਵੱਡਾ ਆਰਟੀਫੈਕਟ ਤੁਸੀਂ ਅਗਰ ਗੈਸ ਕਰਨਾ ਚਾਹੋ, ਇੱਕ 40 ਫੁੱਟ ਉੱਚਾ ਬੂਟਾ 60 ਫੁੱਟ ਡਾਇਆਮੀਟਰ ਦਾ ਬੁਣ ਕੇ ਇੱਦਾਂ ਦਾ ਘਾਹ ਦੇ ਨਾਲ ਬਣਿਆ ਹੋਇਆ ਇੱਕ ਬੂਟਾ ਹੋਊਗਾ। ਈਵਨ ਉੱਥੇ ਕੁਛ ਇੱਦਾਂ ਦੇ ਆਰਟੀਫੈਕਟਸ ਵੀ ਮੈਂ ਰਖਵਾਵਾਂਗਾ ਜਿਹੜੇ ਕਿ ਨੇਤਰ ਦਿਵਿਆਂਗ ਜਿਹੜੇ ਮੇਰੇ ਵੀਰ ਆ ਉਹਨਾਂ ਨੇ ਬਣਾਏ ਨੇ, ਕਿਉਂਕਿ ਮੈਂ ਖੁਦ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਣਾ ਲੈਂਦਾ, ਤਾਂ ਮੈਂ ਉਹਨਾਂ ਨੂੰ ਇਹ ਚੀਜ਼ ਸਿਖਾ ਵੀ ਸਕਦਾ। ਕੀ ਬਾਤ ਹੈ, ਬਹੁਤ ਵਧੀਆ ਗੱਲ ਹੈ, ਜਿੱਥੇ ਅਸੀਂ ਕਹਿੰਦੇ ਹਾਂ ਕਿ ਕਿਸੇ ਦੀ ਡਿਸੇਬਿਲਿਟੀਜ਼ ਤੋਂ ਬਾਅਦ ਲੋਕ ਕੰਮ ਕਰਨਾ ਛੱਡ ਦਿੰਦੇ ਨੇ, ਲੇਕਿਨ ਉਹ ਡਿਸੇਬਿਲਿਟੀ ਨੂੰ ਕਿਸ ਤਰੀਕੇ ਨਾਲ ਇੱਕ ਹੁਨਰ ਦੇ ਵਿੱਚ ਤਬਦੀਲ ਕਰਨਾ ਆ, ਉਹ ਬਹੁਤ ਵਧੀਆ ਚੀਜ਼ ਵੀ ਹੈਗੀ ਹੈ ਤੇ ਕਿਤੇ ਨਾ ਕਿਤੇ ਔਖੀ ਵੀ ਹੈਗੀ ਹੈ। ਲੇਕਿਨ ਅਸੀਂ ਜੇਕਰ ਅੱਜ ਦੀ ਗੱਲ ਕਰ ਲਈਏ, ਅੱਜ ਵੀ ਕੋਈ ਪ੍ਰੋਜੈਕਟ ਹਜੇ ਚੱਲ ਰਿਹਾ ਹੈ ਇਨ ਮਾਈਂਡ ਜਾਂ ਇਨ ਪ੍ਰੋਸੈਸ ਹੈਗਾ ਕੋਈ ਪ੍ਰੋਜੈਕਟ? ਹਾਂਜੀ ਬਿਲਕੁਲ ਹੈਗਾ। ਜਿਵੇਂ ਤੁਸੀਂ ਨੀਰਜ ਚੋਪੜਾ ਜੀ ਨੂੰ ਜਾਣਦੇ ਹੋ, ਜਿਹੜੇ ਕਿ ਭਾਰਤ ਲਈ ਗੋਲਡ ਲੈ ਕੇ ਆਏ ਨੇ ਅਤੇ ਦੇਸ਼ ਦਾ ਬਹੁਤ ਉਹਨਾਂ ਨੇ ਮਾਣ ਵਧਾਇਆ। ਤਾਂ ਮੈਂ ਉਹਨਾਂ ਲਈ ਅੱਖਾਂ 'ਤੇ ਪੱਟੀ ਬੰਨ੍ਹ ਕੇ ਘਾਹ ਦੇ ਤਿਣਕਿਆਂ ਨਾਲ ਭਾਲਾ ਬਣਾ ਰਿਹਾ, ਮਤਲਬ ਜੈਵਲਿੰਗ ਬਣਾ ਰਿਹਾ ਹੈਗਾ। ਅਤੇ
ਮੇਬੀ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਜੈਵਲਿੰਗ ਹੋਊਗਾ ਜਿਹੜਾ ਘਾਹ ਦੇ ਤਿਣਕੇ ਨਾਲ ਬਣਿਆ ਹੋਊਗਾ, ਕਿਉਂਕਿ ਉਹਨੂੰ ਬਲਾਈਂਡ ਫੋਲਡਡ ਬਣਾਇਆ ਜਾ ਰਿਹਾ। ਤੇ ਉਹ ਮੈਂ ਨੀਰਜ ਚੋਪੜਾ ਜੀ ਨੂੰ ਹੈਂਡ ਓਵਰ ਕਰਾਂਗਾ, ਉਹਨਾਂ ਨੂੰ ਗਿਫਟ ਕਰਾਂਗਾ ਕਿ ਉਹਨਾਂ ਨੇ ਆਪਣੇ ਦੇਸ਼ ਲਈ ਇੰਨਾ ਮਾਣ ਸਨਮਾਨ ਹਾਸਲ ਕਰਾਇਆ। ਕਿਆ ਬਾਤ ਹੈ। ਇੱਕ ਦੇਸ਼ ਦਾ ਪੁੱਤ ਦੂਜੇ ਦੇਸ਼ ਦੇ ਪੁੱਤ ਨੂੰ ਜਿਹੜਾ ਜੈਵਲਿਨ ਹੈਗਾ ਜਿਹਦੇ ਨਾਲ ਨਾਂ ਰੌਸ਼ਨ ਹੋਇਆ ਇੰਡੀਆ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹ ਤੋਹਫਾ ਦੇ ਰਹੇ ਨੇ। ਤੇ ਜਾਂਦੇ ਜਾਂਦੇ ਮੈਂ ਅਭਿਸ਼ੇਕ ਜੀ ਤੁਹਾਡੇ ਤੋਂ ਇੱਕੋ ਸਵਾਲ ਕਰੂੰਗੀ, ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਜਿਹੜੇ ਸਰੋਤੇ ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਜੀ ਦੇਖੋ, ਸਾਡੀ ਵਿਰਾਸਤ ਬਹੁਤ ਡੂੰਘੀ ਹੈ ਤੇ ਸਾਨੂੰ ਪੰਜਾਬੀ ਹੋਣ ਦੇ ਮਾਣ ਕਿਉਂ ਹੈ? ਇਸ ਵਿਰਾਸਤ ਕਰਕੇ, ਇਸ ਵਿਰਸੇ ਕਰਕੇ। ਜੇ ਆਪਾਂ ਕਹਿੰਦੇ ਆ ਨਾ ਕਿ ਆਪਾਂ ਪੰਜਾਬੀ ਆ, ਹਨਾ, ਆਪਾਂ ਪੰਜਾਬੀਅਤ ਤੇ ਮਾਣ ਕਰਦੇ ਆ, ਤਾਂ ਉਹਦਾ ਮੇਨ ਕਾਰਨ ਸਾਡਾ ਵਿਰਸਾ ਤੇ ਸਾਡੀ ਵਿਰਾਸਤ ਹੈ। ਮੈਂ ਚਾਹਾਂਗਾ ਕਿ ਇਸ ਵਿਰਾਸਤ ਨੂੰ ਤੁਸੀਂ ਸਾਂਭੋ, ਕਿਉਂਕਿ ਜੇ ਆਪਾਂ ਇਸ ਵਿਰਾਸਤ ਨੂੰ ਖੋ ਦਿੱਤਾ ਤਾਂ ਜਿਹੜੀ ਪੰਜਾਬੀਆਂ ਵਾਲੀ ਪਹਿਚਾਣ ਆ ਨਾ, ਉਹਨੂੰ ਆਪਾਂ ਖੋ ਦਾਂਗੇ। ਜੀ ਬਿਲਕੁਲ। ਤੇ ਇਸ ਵਕਤ ਅਸੀਂ ਗੱਲ ਕਰ ਰਹੇ ਸੀਗੇ ਅਭਿਸ਼ੇਕ ਜੀ ਦੇ ਨਾਲ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਜਿਹੜਾ ਪੰਜਾਬ ਦਾ, ਪੰਜਾਬੀਆਂ ਦਾ ਪਿਛੋਕੜ ਆ, ਬਹੁਤ ਅਮੀਰ ਵਿਰਾਸਤ ਸੀਗੀ ਸਾਡੀ, ਬਹੁਤ ਅਮੀਰ ਜਿਹੜੇ ਸਾਡੀ ਕਲਾਕ੍ਰਿਤੀਆਂ ਨੇ ਉਹ ਵੀ ਨੇ। ਤੇ ਇਸੇ ਤਰੀਕੇ ਨਾਲ ਆਪਣੇ ਸੱਭਿਆਚਾਰ ਦੇ ਨਾਲ, ਆਪਣੀ ਵਿਰਾਸਤ ਦੇ ਨਾਲ ਜੁੜ ਕੇ ਰਹਿਣ ਦੀ ਅਪੀਲ ਕੀਤੀ ਹੈ ਨੌਜਵਾਨਾਂ ਨੂੰ ਕਿ ਉਹਦੇ ਨਾਲ ਜੁੜ ਕੇ ਰਹੋ, ਬਹੁਤ ਅੱਗੇ ਤੱਕ ਜਾਣਗੇ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।